किसान भी बैठे ने 9 महीने हो गए, हुण सानू भी बिठाउणा चाहुंदी है। ਮਹਿੰਗਾਈ ਨੂੰ ਮੁੱਖ ਰੱਖ ਕੇ ਸਰ ਪੇ ਕਮਿਸ਼ਨ ਹੁੰਦਾ ਇਹ ਕੋਈ ਇਹਨਾਂ ਦੀ ਮਨਮਰਜ਼ੀ ਨਾਲ ਨਹੀਂ ਬਣਦਾ। ਉਦੋਂ ਸਾਡੀ ਤਨਖਾਹਾਂ ਘਟ ਰਹੀਆਂ ਨੇ ਜੀ, ਮਹਿੰਗਾਈ ਕਿੱਥੇ ਪਹੁੰਚ ਗਈ ਜੀ। ਨੈਸ਼ਨਲ ਅਵਾਰਡ ਵਿਨਰ ਗੋਲਡ ਮੈਡਲ ਸਾਡੇ ਬੱਚੇ ਝੋਨੇ ਲਾ ਰਹੇ ਨੇ ਖੇਤਾਂ ਦੇ ਵਿੱਚ। ਇਹ ਸਰਕਾਰ ਨੂੰ ਬੇਸ਼ਰਮ ਨੂੰ ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ। 4.5 ਸਾਲ ਬਾਅਦ ਆ ਬਿੱਲੀ ਥੈਲੇ ਚੋਂ ਬਾਹਰ ਆਈ ਆ ਤਾਂ ਇਹਦੇ ਵਿੱਚ ਕਰਮਚਾਰੀਆਂ ਦੇ ਕੱਖ ਪੱਲੇ ਨਹੀਂ ਪਾਇਆ। ਪਿੰਡ ਪਿੰਡ ਵਿੱਚ ਜਾ ਕੇ ਛੁੱਟੀਆਂ ਲੈ ਕੇ ਹੁੱਕਾ ਦੇਵਾਂਗੇ ਕਿ ਇਹੋ ਜਿਹੀ ਗੰਦੀ ਸਰਕਾਰ ਨੂੰ ਪੰਜਾਬ ਵਿੱਚ ਨਾ ਲਿਆਂਦਾ ਜਾਵੇ। ਔਰ ਸਰਕਾਰ ਨੂੰ ਦਿਖਾ ਦਾਂਗੇ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਸੱਤਾ ਬਖਸ਼ੀ ਉਹ ਤੁਹਾਨੂੰ ਅਕਲ ਸਿਖਾ ਦੇਣਗੇ, ਕਿਵੇਂ ਤੁਹਾਨੂੰ ਤੇ ਜਿਹੜੀ ਆ ਅਰਸ਼ਾ ਤੋਂ ਫਰਸ਼ ਤੇ ਲੈਣਾ ਉਹ ਦਿਖਾਵਾਂਗੇ ਇਹਨਾਂ ਨੂੰ। ਨਿੰਬੂ ਨਿਚੋੜ ਕੇ ਮੁਲਾਜ਼ਮਾਂ ਨੂੰ ਖਾਲੀ ਆਪਣਾ ਖੋਖ ਪੇਸ਼ ਕਰਦੀਆਂ ਨੇ ਔਰ ਘੱਟ ਤੋਂ ਘੱਟ ਤਨਖਾਹਾਂ ਦੇਣਾ ਚਾਹੁੰਦੀਆਂ ਨੇ। ਸਰਕਾਰੀ ਖਜ਼ਾਨੇ ਤੇ ਤਨਖਾਹਾਂ ਦਾ ਬੋਝ ਖਤਮ ਕਰਨਾ ਚਾਹੁੰਦੀਆਂ ਨੇ, ਪੈਨਸ਼ਨਾਂ ਦਾ ਬੋਝ ਖਤਮ ਕਰਨਾ ਚਾਹੁੰਦੀਆਂ ਨੇ। ਜੇ ਸਰਕਾਰਾਂ ਨੇ ਪਿਆਰ ਨਾਲ ਦੇ ਤੇ ਸਾਡੇ ਹੱਕ ਤਾਂ ਠੀਕ ਹੈ, ਨਹੀਂ ਤਾਂ ਗੋਡਾ ਧਰ ਕੇ ਅਸੀਂ ਹੱਕ ਲੈਣਾ ਜਾਣਦੇ ਹਾਂ। ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਹੜਤਾਲ ਦਾ ਅੱਜ ਦੂਸਰਾ ਦਿਨ ਹੈ ਤੇ ਅਸੀਂ ਖੜੇ ਹਾਂ ਚੰਡੀਗੜ੍ਹ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁੱਖ ਦਫ਼ਤਰ ਉਹ ਸਕੱਤਰੇਤ ਹੈ। ਔਰ ਕੱਲ੍ਹ ਤੋਂ ਮੁਲਾਜ਼ਮ ਜਿਹੜੇ ਨੇ ਪੈਨ ਡਾਊਨ ਹੜਤਾਲ ਕਰਕੇ ਸਾਰੇ ਕੰਮ ਨੂੰ ਠੱਪ ਕਰਕੇ ਬੈਠੇ ਨੇ। ਭਾਵੇਂ ਪੰਜਾਬ ਸਰਕਾਰ ਕੱਲ੍ਹ ਜਿਹੜੀ ਹੜਤਾਲ ਹੋਈ ਹੈ ਉਹਦੇ ਬਾਰੇ ਪੂਰੀ ਤਰ੍ਹਾਂ ਅੱਖਾਂ ਮੀਟੀ ਬੈਠੀ ਹੈ, ਪਰ ਅੱਜ ਫਿਰ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅਸੀਂ ਇਸ ਵੇਲੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੀ ਬਿਲਡਿੰਗ ਦੇ ਬਾਹਰ ਖੜੇ ਹਾਂ। ਇੱਥੋਂ ਦੇ ਮੁਲਾਜ਼ਮ ਵੀ ਹੜਤਾਲ ਕਰਕੇ ਨਾਅਰੇਬਾਜ਼ੀ ਕਰ ਰਹੇ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਮੁਲਾਜ਼ਮ ਕਿਵੇਂ ਪ੍ਰੋਟੈਸਟ ਕਰ ਰਹੇ ਨੇ ਸਰਕਾਰ ਦੇ ਵਿਰੁੱਧ। ਸੋ ਤੁਸੀਂ ਅਨਾਜ ਭਵਨ ਹੈ ਜਿਹੜਾ ਖੁਰਾਕ ਤੇ ਸਪਲਾਈ ਵਿਭਾਗ ਦਾ ਦਫ਼ਤਰ ਹੈ, ਇਹਦੇ ਅੰਦਰ ਦੀ ਤਸਵੀਰ ਵੀ ਦੇਖ ਸਕਦੇ ਜੇ। ਮੁਲਾਜ਼ਮ ਨਾਅਰੇ ਲਾ ਰਹੇ ਨੇ ਔਰ ਹੜਤਾਲ ਕਰਕੇ ਇਹਨਾਂ ਦੀ ਇੱਕੋ ਮੰਗ ਹੈ ਵੀ ਜਿਹੜੀ ਤਨਖਾਹ ਕਮਿਸ਼ਨ ਦੀ ਰਿਪੋਰਟ ਹੈ ਉਹਨੂੰ ਸੋਧ ਕੇ ਲਾਗੂ ਕੀਤਾ ਜਾਵੇ। ਔਰ ਮੁਲਾਜ਼ਮਾਂ ਦੀ ਮੁੱਖ ਤੌਰ ਤੇ ਮੰਗ ਇਹੀ ਹੈ ਵੀ ਜਿਹੜਾ ਸਾਡਾ ਏਰੀਅਰ ਹੈ 12,800 ਕਰੋੜ ਰੁਪਏ ਦਾ ਜਿਹੜਾ ਏਰੀਅਰ ਹੈ ਉਹਦੇ ਪੂਰੇ ਦਾ ਪੂਰਾ ਜਿਹੜਾ ਆ ਇਹਨਾਂ ਨੂੰ ਏਰੀਅਰ ਦਿੱਤਾ ਜਾਵੇ। ਔਰ ਸਾਲ 2011 ਵਿੱਚ ਜਿਹੜੇ ਸਕੇਲ ਸੋਧੇ ਗਏ ਸੀ ਉਹ ਜਿਹੜੇ ਸੋਧੇ ਸਕੇਲ ਨੇ ਉਹਨਾਂ ਉੱਪਰ 2.25 ਦੀ ਥਾਂ ਤੇ 2.59 ਅੰਕ ਨਾਲ ਇਹਨਾਂ ਦੀ ਸੋਧ ਕੀਤੀ ਜਾਵੇ। ਇਸੇ ਤਰ੍ਹਾਂ ਇਹਨਾਂ ਦੇ ਹੋਰ ਕਈ ਮੁੱਦੇ ਨੇ, ਕਈ ਮੰਗਾਂ ਨੇ ਔਰ ਇਹਨਾਂ ਨੂੰ ਖੁਦ ਹੀ ਪੁੱਛਦੇ ਆ ਦੋਸਤ ਤੁਸੀਂ ਕਿਉਂ ਹੜਤਾਲ ਕਰ ਰਹੇ ਹੋ? ਇਹ 6ਵੇਂ ਪੇ ਕਮਿਸ਼ਨ ਦੇ ਕਰਕੇ ਹੋ ਰਿਹਾ ਜੀ। ਸਰਕਾਰ ਸਾਡੇ ਨਾਲ ਟੋਟਲੀ ਧੱਕਾ ਕਰ ਰਹੀ ਹੈ, ਹਰ ਵਰਗ ਨਾਲ ਕਰ ਰਹੀ ਹੈ। ਕਿਸਾਨ ਵੀ ਬੈਠੇ ਨੇ 9 ਮਹੀਨੇ ਹੋ ਗਏ, ਹੁਣ ਸਾਨੂੰ ਵੀ ਬਿਠਾਉਣਾ ਚਾਹੁੰਦੀ ਹੈ। ਇਹ ਅਸੀਂ ਬਹੁਤ ਦੁਖੀ ਹੋਏ ਪਏ ਹਾਂ। ਹੁਣ ਵੋਟਾਂ ਆ ਗਈਆਂ, ਵੋਟਾਂ ਲੈਣ ਦੀ ਖਾਤਰ ਸਾਨੂੰ ਲੋਲੀਪੌਪ ਦੇ ਰਹੇ ਨੇ। ਅਸੀਂ ਬਹੁਤ ਜ਼ਿਆਦਾ ਦੁਖੀ ਹਾਂ। ਲੋਲੀਪੌਪ ਦੇ ਰਹੇ ਮੈਡਮ, ਕੀ ਗੱਲ ਸਰਕਾਰ ਲੋਲੀਪੌਪ ਦੇ ਰਹੀ ਹੈ? ਬਿਲਕੁਲ ਠੀਕ ਹੈ ਜੀ, ਲੋਲੀਪੌਪ ਦੇ ਰਹੀ ਹੈ। ਇਸ ਕਰਕੇ ਸਾਨੂੰ ਪੇ ਕਮਿਸ਼ਨ ਚਾਹੀਦਾ। ਜਦੋਂ ਤੱਕ ਨਹੀਂ ਮਿਲੂਗਾ ਸਾਡੀਆਂ ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ, ਅਸੀਂ ਸਾਰੀ ਜਥੇਬੰਦੀਆਂ ਨਾਲ ਹੈ, ਆਪਣੀ ਯੂਨੀਅਨ ਦੇ ਨਾਲ ਹੈ। ਅਸੀਂ ਡਟ ਕੇ ਸਾਥ ਦੇਵਾਂਗੇ। ਜਦੋਂ ਸਾਨੂੰ ਸੜਕਾਂ ਤੇ ਵੀ ਉਤਰਨਾ ਪਿਆ ਅਸੀਂ ਸੜਕਾਂ ਤੇ ਵੀ ਉਤਰਾਂਗੇ। ਅਸੀਂ ਬਿਲਕੁਲ ਯੂਨੀਅਨ ਦੇ ਨਾਲ ਹੈ ਜਦੋਂ ਤੱਕ ਸਰਕਾਰ ਸਾਨੂੰ ਪੇ ਕਮਿਸ਼ਨ ਨਹੀਂ ਦਿੰਦੀ ਹੈ ਸੋਧ ਕੇ। ਚਲੋ ਇਸੇ ਤਰ੍ਹਾਂ ਪੁੱਛਦੇ ਹਾਂ ਦਵਿੰਦਰ ਜੀ, ਕੁੱਲ ਮਿਲਾ ਕੇ ਤੁਸੀਂ ਸਾਰੇ ਮੁਲਾਜ਼ਮਾਂ ਦਾ ਜਿਹੜਾ ਰੋਸ ਹੈ ਉਹਦੇ ਬਾਰੇ ਦੱਸੋਗੇ ਵੀ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਕਿੱਥੇ ਕੀ ਮਾੜਾ ਹੈ? ਸਰ ਇਹਨਾਂ ਨੇ ਹੁਣ 2 ਫਾਰਮੂਲੇ ਬਣਾਏ ਨੇ, 2.25 ਤੇ 2.59, ਜਦ ਕਿ ਸਰ ਬਣਦਾ ਸਾਡਾ ਜੋ ਬਣਦਾ ਹੈ 1.6 ਦੇ ਪੇ ਕਮਿਸ਼ਨ ਤੋਂ ਬਾਅਦ ਮਹਿੰਗਾਈ ਨੂੰ ਮੁੱਖ ਰੱਖ ਕੇ ਸਰ ਪੇ ਕਮਿਸ਼ਨ ਹੁੰਦਾ। ਇਹ ਕੋਈ ਇਹਨਾਂ ਦੀ ਮਨਮਰਜ਼ੀ ਨਾਲ ਨਹੀਂ ਬਣਦਾ ਹੁੰਦਾ, ਠੀਕ ਹੈ ਜੀ। 1.6 ਦੇ ਬਾਅਦ ਜਿਹੜਾ ਹੁਣ ਮਹਿੰਗਾਈ ਦੇ ਦਰ ਨਾਲ ਬਣਨਾ ਸੀ 1.16 ਤੋਂ, ਉਹਦੇ ਮੁਤਾਬਕ ਸਾਡੀ ਮੰਗ ਹੈ ਸਰ 3.75 ਨਾਲ, 3.75 ਨਾਲ। ਇਹ 2.25 ਦੇ ਰਹੇ ਨੇ। ਉਦੋਂ ਸਾਡੀ ਤਨਖਾਹਾਂ ਘਟ ਰਹੀਆਂ ਨੇ ਜੀ, ਮਹਿੰਗਾਈ ਕਿੱਥੇ ਪਹੁੰਚ ਗਈ ਜੀ। ਜਦੋਂ 1.6 ਤੋਂ ਬਾਅਦ ਲਾਗੂ ਹੋਇਆ ਸੀ ਉਦੋਂ ਤਾਂ ਪੈਟਰੋਲ ਤੇ ਸਰੋਂ ਦੇ ਤੇਲ ਦੀ ਕੀਮਤ 35-40 ਰੁਪਏ ਲੀਟਰ ਦੇ ਹਿਸਾਬ ਨਾਲ ਹੁੰਦੀ ਸੀ। ਅੱਜ ਪੈਟਰੋਲ 100 ਤੋਂ ਉੱਪਰ ਟੱਪ ਗਿਆ, ਸਰੋਂ ਤੇਲ ਪੌਣੇ 200 ਰੁਪਏ ਲੀਟਰ ਹੋਇਆ ਪਿਆ। ਸਾਨੂੰ ਫਿਰ ਉਹੀ ਕੁਛ ਦੇਣਗੇ ਜੀ। ਸਾਡੇ ਵੀ ਘਰਾਂ ਦੇ ਖਰਚੇ ਨੇ, ਸਾਡੇ ਪਰਿਵਾਰਾਂ ਦੀਆਂ ਬੱਚਿਆਂ ਦੀਆਂ ਪੜ੍ਹਾਈਆਂ ਨੇ, ਮੈਡੀਕਲ ਖਰਚੇ ਨੇ। ਅੱਜ ਕੱਲ੍ਹ ਹਰ ਬੰਦਾ BP ਦਾ ਮਰੀਜ਼ ਬਣਾਇਆ ਪਿਆ ਇਹਨਾਂ ਨੇ। ਸਰਕਾਰਾਂ ਨੇ ਇੰਨਾ ਪ੍ਰੈਸ਼ਰ ਪਾ ਕੇ ਦਵਾ ਕੇ। ਕੀ ਕਾਰਨ ਸਮਝਦੇ ਜੇ? 4.25 ਸਾਲ ਹੋ ਗਏ, ਤੁਸੀਂ ਹੜਤਾਲਾਂ ਵੀ ਬਹੁਤ ਕੀਤੀਆਂ,
ਪ੍ਰੋਟੈਸਟ ਵੀ ਕੀਤੇ, ਤੁਹਾਡੀ ਸਰਕਾਰਾਂ ਨਾਲ ਮੀਟਿੰਗਾਂ ਵੀ ਬਹੁਤ ਹੋਈਆਂ, ਮੰਗਾਂ ਮੰਨੀਆਂ ਕਿਉਂ ਨਹੀਂ ਗਈਆਂ? ਸਰ ਇਹ ਸੱਤਾ ਦੇ ਨਸ਼ੇ ਵਿੱਚ ਚੂਰੇ ਇੰਨੇ ਹੋਏ ਹੋਏ ਨੇ, ਇਹਨਾਂ ਨੂੰ ਕਿਸੇ ਵਰਗ ਦਾ ਵੀ ਖਿਆਲ ਨਹੀਂ ਹੈਗਾ, ਚਾਹੇ ਮੁਲਾਜ਼ਮ ਵਰਗ ਹੈ, ਕਿਸਾਨ ਅੰਦੋਲਨ, ਤੁਹਾਨੂੰ ਪਤਾ ਦਿੱਲੀ ਬੈਠੇ ਨੇ ਸਾਡੇ ਕਿਸਾਨ ਪੰਜਾਬ ਦੇ, ਉਹਦੇ ਵਿੱਚ ਵੀ ਇਹਨਾਂ ਦੀ ਕਿਤੇ ਨਾ ਕਿਤੇ ਰਲੀ ਮਿਲੀ ਭੁਗਤ ਹੈ। ਜੇ ਸਾਡੀ ਸਰਕਾਰ ਪਹਿਲਾਂ ਉਹਨਾਂ ਬਿਨਾਂ ਤੇ ਸਹਿਮਤੀ ਪ੍ਰਗਟਾ ਕੇ, ਸਾਡੇ ਵਿੱਤ ਮੰਤਰੀ ਸਾਹਿਬ ਉੱਥੇ ਜਾ ਕੇ ਆਏ ਸੀ ਕਿਸੇ ਟਾਈਮ ਦੇ ਵਿੱਚ, ਤੇ ਉਹਦਾ ਨਤੀਜਾ ਜੇ ਵੀ ਕਿਸਾਨ ਵਰਗ ਦੁਖੀ ਹੈ, ਮੁਲਾਜ਼ਮ ਵਰਗ ਹੈ, ਬੁਢਾਪਾ ਪੈਨਸ਼ਨ, ਬੇਰੋਜ਼ਗਾਰ, ਕਿਸੇ ਸਾਡੇ ਸਰ ਨੈਸ਼ਨਲ ਅਵਾਰਡ ਵਿਨਰ ਗੋਲਡ ਮੈਡਲ ਸਾਡੇ ਬੱਚੇ ਝੋਨੇ ਲਾ ਰਹੇ ਨੇ ਖੇਤਾਂ ਦੇ ਵਿੱਚ। ਇਹ ਸਰਕਾਰ ਨੂੰ ਬਸ਼ਰਮ ਨੂੰ, ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਵੀ ਨੈਸ਼ਨਲ ਲੈਵਲ ਦੇ ਬਾਹਰਲੇ ਮੁਲਕਾਂ ਦੇ ਵਿੱਚ ਸਰ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਪ੍ਰਾਈਜ਼ ਦਿੱਤੇ ਜਾਂਦੇ ਨੇ। ਕਈ ਹੋਰ ਸਟੇਟਾਂ ਵੀ ਹੈਗੀਆਂ ਹਿੰਦੁਸਤਾਨ ਦੀਆਂ ਜਿਨ੍ਹਾਂ ਵਿੱਚ ਖਿਡਾਰੀਆਂ ਨੂੰ ਸਭ ਤੋਂ ਵੱਧ ਸਹੂਲਤਾਂ ਨੇ, ਸਾਡੇ ਕਿਹੜਾ ਝੋਨਾ ਲਾ ਕੇ ਟਾਈਮ ਪਾਸ ਕਰ ਰਹੇ ਨੇ। ਸੋ ਤੁਸੀਂ ਸੁਣੀ ਹੋਈ ਗੱਲ ਵੀ ਕਹਿੰਦੇ ਪੜ੍ਹੇ ਲਿਖੇ ਪੰਜਾਬ ਦੇ ਨੌਜਵਾਨ ਜਿਹੜੇ ਝੋਨਾ ਲਾਉਣ ਲਈ ਮਜਬੂਰ ਨੇ। ਔਰ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੁਲਾਜ਼ਮ ਕਿਵੇਂ ਹੜਤਾਲ ਕਰ ਰਹੇ ਨੇ। ਆਜੋ ਤੁਹਾਨੂੰ ਉਹਨਾਂ ਦਾ ਨਜ਼ਾਰਾ ਵੀ ਦਿਖਾਉਂਦੇ। ਸੋ ਹੁਣ ਤੁਹਾਨੂੰ ਪੰਜਾਬ ਦਾ ਇੱਕ ਜਲ ਸਰੋਤ ਵਿਭਾਗ ਹੈ, ਬੜਾ ਵੱਡਾ ਵਿਭਾਗ ਹੈ, ਉਹਦਾ ਦ੍ਰਿਸ਼ ਦਿਖਾਉਂਦੇ। ਇੱਕ ਬ੍ਰਾਂਚ ਹੈ, ਇੱਥੇ ਮੁਲਾਜ਼ਮ ਵੀ ਬੈਠੇ ਨੇ, ਜਿਹੜੇ ਹੜਤਾਲੀ ਮੁਲਾਜ਼ਮ ਬੈਠੇ ਨੇ, ਔਰ ਇਹਨਾਂ ਦੇ ਅੱਗੇ ਕੰਪਿਊਟਰ ਵੀ ਪਏ ਆ, ਵੱਡੀਆਂ ਵੱਡੀਆਂ ਫਾਈਲਾਂ ਵੀ ਪਈਆਂ ਨੇ, ਪੈਨ ਵੀ ਨੇ, ਸਾਰਾ ਕੁਛ ਹੈ। ਪਰ ਇਹਨਾਂ ਨੇ ਇਹ ਫੈਸਲਾ ਕੀਤਾ ਵੀ ਉਹ 6ਵੇਂ ਤਨਖਾਹ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ, ਉਸ ਰਿਪੋਰਟ ਦੇ ਵਿਰੋਧ ਵਿੱਚ ਉਹਦੇ ਰੋਸ ਵਜੋਂ ਕੰਮ ਨਹੀਂ ਕਰਨਗੇ। ਸੋ ਕੰਮ ਠੱਪ ਕਰਕੇ ਇਹ ਸਾਰਾ ਸਟਾਫ ਜਿਹੜਾ ਬੈਠਾ ਹੈ, ਔਰ ਇਹਨਾਂ ਦੀ ਇੱਕੋ ਮੰਗ ਹੈ ਵੀ ਤਨਖਾਹ ਕਮਿਸ਼ਨ ਦੀ ਰਿਪੋਰਟ ਨਾਲ ਜਿੱਥੇ ਸਰਕਾਰ ਕਹਿੰਦੀ ਵੀ ਵੱਡੇ ਗੱਫੇ ਦਿੱਤੇ ਆ, ਪਰ ਇਹਨਾਂ ਦੇ ਅੰਕੜੇ ਇਹ ਦੱਸਦੇ ਨੇ ਵੀ ਸਾਨੂੰ ਕੁਝ ਦੇਣ ਦੀ ਥਾਂ ਖੋਹ ਲਿਆ। ਸੋ ਇਹਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਜਿਹੜੇ ਸੁਖਵਿੰਦਰ ਸਿੰਘ ਜੀ ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਸੁਖਵਿੰਦਰ ਦੇ ਦਫ਼ਤਰ ਤੇ ਸਜਿਆ ਪਿਆ, ਸਟਾਫ ਵੀ ਆਇਆ, ਫਾਈਲਾਂ ਵੀ ਪਈਆਂ, ਸਾਰਾ ਕੁਝ ਹੈਗਾ, ਪਰ ਕੰਮ ਕਿਉਂ ਬੰਦ ਕੀਤਾ? ਦੇਖੋ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਜੋ ਮੁੱਖ ਜਥੇਬੰਦੀਆਂ ਨੇ, PSMSU, ਸਾਂਝਾ ਮੁਲਾਜ਼ਮ ਮੰਚ, ਸਾਂਝਾ ਫਰੰਟ, ਜੋ ਸਾਡੀਆਂ ਮੁੱਖ ਮੰਗਾਂ ਨੇ, ਹੱਕੀ ਮੰਗਾਂ ਨੇ, ਜਿਹਦੇ ਵਿੱਚ ਆਪਾਂ ਮੇਨ ਲੈ ਲਈਏ ਪੇ ਕਮਿਸ਼ਨ ਨੂੰ ਲੈ ਕੇ ਚੱਲੀਏ, ਸਾਡੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਹੈ, ਕੱਚੇ ਮੁਲਾਜ਼ਮ ਪੱਕੇ ਕਰਨੇ ਹੈ, DA ਦੀਆਂ ਕਿਸ਼ਤਾਂ ਰਿਲੀਜ਼ ਕਰਨੀ ਹੈ। ਸਾਨੂੰ 4.5 ਸਾਲ ਤੋਂ ਇਹ ਸਰਕਾਰ ਲਾਰੇ ਲਾ ਰਹੀ ਹੈ। ਮੀਟਿੰਗਾਂ ਭਾਵੇਂ ਦਿੱਤੀਆਂ ਜਾ ਰਹੀਆਂ ਨੇ, ਪਰ ਮੀਟਿੰਗਾਂ ਕਿਸੇ ਨਤੀਜੇ ਤੇ ਨਹੀਂ ਪਹੁੰਚਦੀਆਂ, ਤੇ ਸਾਨੂੰ ਅੱਜ ਮਜਬੂਰੀ ਬਸ ਕਲਮ ਛੋੜ ਹੜਤਾਲ ਤੇ ਬਾਰ-ਬਾਰ ਜਾਣਾ ਪੈ ਰਿਹਾ ਤਾਂ ਕਿ ਅਸੀਂ ਆਪਣਾ ਰੋਸ ਸਰਕਾਰ ਤੱਕ ਪਹੁੰਚਾ ਸਕੀਏ। ਸੋ ਸਰਕਾਰ ਕੋਲ ਰੋਸ ਪਹੁੰਚਾਉਣਾ। ਜਗਦੇਵ ਕੌਰ ਜੀ, ਲੰਬੇ ਸਮੇਂ ਤੋਂ ਤੁਸੀਂ ਟ੍ਰੇਡ ਯੂਨੀਅਨ 'ਚ ਕੰਮ ਕਰ ਰਹੇ ਜੇ, ਪਿਛਲੇ ਪੇ ਕਮਿਸ਼ਨ ਵੀ ਦੇਖੇ ਹੋਣਗੇ। ਇਹ ਤਨਖਾਹ ਕਮਿਸ਼ਨ 'ਚ ਇੰਨਾ ਮਾੜਾ ਕੀ ਆ ਗਿਆ ਜਿਹੜਾ ਤੁਹਾਨੂੰ ਇੰਨੀ ਤਕਲੀਫ ਦੇ ਰਿਹਾ ਵੀ ਤੁਸੀਂ ਕੰਮ ਕਰਨ ਨੂੰ ਤਿਆਰ ਨਹੀਂ ਗੇ? ਸਭ ਤੋਂ ਪਹਿਲਾਂ ਤਾਂ PTC ਚੈਨਲ ਦਾ ਬਹੁਤ ਧੰਨਵਾਦ ਹੈ, ਸਾਡਾ ਦਰਦ ਸੁਣਨ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦਾ। ਮੈਂ ਦੱਸਣਾ ਚਾਹੁੰਦਾ ਹਾਂ ਸਾਥੀ ਜੀ ਕਿ ਸਰਕਾਰ ਨੇ 4.5 ਸਾਲ ਬਾਅਦ ਜਿਹੜਾ ਪੇ ਕਮਿਸ਼ਨ ਦਿੱਤਾ ਹੈ, 1/1/2016 ਤੋਂ ਲਾਗੂ ਸੀ ਕਰਨਾ ਸੀ। 4.5 ਸਾਲ ਕਰਮਚਾਰੀ ਇੰਤਜ਼ਾਰ ਕਰਦੇ ਰਹੇ, ਕਿੰਨੀਆਂ ਹੀ ਮੀਟਿੰਗਾਂ ਦਿੱਤੀਆਂ, ਲਾਗੂ ਕਰ ਰਹੇ ਹਾਂ, ਮੀਟਿੰਗਾਂ ਤੇ ਮੀਟਿੰਗਾਂ। ਉਸ ਤੋਂ ਬਾਅਦ ਜੇ ਇਹਨਾਂ ਨੇ 4.5 ਸਾਲ ਬਾਅਦ ਆ ਬਿੱਲੀ ਥੈਲੇ 'ਚੋਂ ਬਾਹਰ ਆਈ ਆ ਤਾਂ ਇਹਦੇ ਵਿੱਚ ਕਰਮਚਾਰੀਆਂ ਦੇ ਕੱਖ ਪੱਲੇ ਨਹੀਂ ਪਾਇਆ। ਮੈਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦਾ ਆ ਕਿ 4.5 ਸਾਲ ਇੱਕੋ ਹੀ ਸਰ ਸਟੱਡੀ ਕਰਦੇ ਰਹੇ ਆ ਕਿ ਕਰਮਚਾਰੀਆਂ ਦੇ ਪੱਲੇ ਕੁਛ ਨਾ ਪਵੇ, ਪੇ ਕਮਿਸ਼ਨ ਕਹਿਣ ਨੂੰ ਦੇ ਦਿੱਤਾ ਜਾਵੇ। ਹੁਣ ਇਸ ਦੱਸਣਾ ਚਾਹੁੰਦੇ ਆ ਕਿ ਅੱਗੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਸੰਘਰਸ਼ ਕਰਦੀਆਂ। ਮੈਂ ਅਗਲਾ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਜਿੱਥੋਂ ਤੱਕ PMSU, ਸਾਂਝਾ ਮੰਚ, ਪੰਜਾਬ ਤੇ UT ਨੇ ਇਹ ਕਾਲ ਦਿੱਤੀ ਹੈ, ਅਸੀਂ ਉਹਨੂੰ ਚੰਡੀਗੜ੍ਹ ਦੇ ਵਿੱਚ ਕਿਹਾ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ। ਜਿੱਥੋਂ ਤੱਕ ਚੰਡੀਗੜ੍ਹ ਜਲ ਸਰੋਤ ਵਿਭਾਗ ਦੀ ਗੱਲ ਕਰਦੇ ਹਾਂ, ਤੁਸੀਂ ਕੱਲੀ ਬ੍ਰਾਂਚ ਚੈੱਕ ਕਰਕੇ ਦੇਖ ਲਓ, 100% ਸਟ੍ਰਾਈਕ ਹੈ। ਮੈਂ ਇੱਥੇ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਪੇ ਕਮਿਸ਼ਨ ਹੈ, ਜੇਕਰ ਸਰਕਾਰ ਨੇ ਕਿਹਾ ਸੀ ਚਲੋ ਜਥੇਬੰਦੀਆਂ ਰੈਲੀਆਂ ਕਰਦੀਆਂ, ਸੰਘਰਸ਼ ਕਰਦੀਆਂ ਆ ਕਿ ਅਸੀਂ ਤੁਹਾਡੀ ਕਮੇਟੀ ਬਣਾਉਂਦੇ ਹਾਂ, ਅਫਸਰਾਂ ਦੀ ਕਮੇਟੀ ਬਣਾਤੀ, ਫਿਰ ਮੰਤਰੀਆਂ ਦੀ ਕਮੇਟੀ ਬਣਾਤੀ। ਉਸ ਤੋਂ ਬਾਅਦ ਹਜੇ ਸਰਕਾਰ ਜਿਹੜੀ ਹੈ ਉਹ ਬੇਈਮਾਨੀ ਕੀਤੀ ਹੈ ਕਿ ਜਥੇਬੰਦੀਆਂ ਦੇ ਨਾਲ ਜਿਹੜੀ ਆਫੀਸਰ ਕਮੇਟੀ ਹੈ ਉਹ ਗੱਲਬਾਤ ਕਰ ਰਹੀ ਹੈ, ਤੇ ਗੱਲਬਾਤ ਦੇ ਦੌਰਾਨ ਹਾਲੇ ਗੱਲਬਾਤ ਪੂਰੀ ਹੋਈ ਨਹੀਂ ਹੈ, ਸਰਕਾਰ ਕੋਲ ਰਿਪੋਰਟ ਪੂਰੀ ਗਈ ਨਹੀਂ, ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤੀ ਆ। ਇੱਥੋਂ ਸਾਫ਼ ਨਜ਼ਰ ਆਉਂਦਾ ਕਿ ਸਰਕਾਰ ਜਿਹੜੀ ਹੈ ਉਹ ਬੇਈਮਾਨੀ ਤੇ ਉਤਰੀ ਹੋਈ ਹੈ, ਤੇ ਕਰਮਚਾਰੀ ਕਿਆ ਪੂਰਾ ਪੰਜਾਬ ਜਿਹੜਾ ਇਹ ਸਰਬਿਆਂ ਦੇ ਉੱਤੇ ਨਾ ਕੈਪਟਨ ਸਾਹਿਬ ਨੂੰ ਵਿਸ਼ਵਾਸ ਹੈ ਕਿ ਸਰਬਿਆਂ ਦੇ ਵਿੱਚ ਕਾਂਗਰਸ ਸਰਕਾਰ ਜਿੱਤ ਦੀ ਦਿਖਾ ਰਹੇ ਆ। ਮੈਂ ਦੱਸਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਕੱਲੇ ਮੁਲਾਜ਼ਮ ਨਹੀਂ ਹੈ, ਮੁਲਾਜ਼ਮ, ਕਿਸਾਨ, ਮਜ਼ਦੂਰ ਸਾਰੇ ਰਲ ਕੇ ਇਹ ਸਰਕਾਰ ਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ
ਉਹ ਹਾਲ ਕਰਨਗੇ ਜਿਹੜਾ ਜ਼ਿੰਦਗੀ 'ਚ ਨਾ ਸੋਚਿਆ ਨਹੀਂ ਹੋਣਾ। ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਆਪਣੀ ਛਵੀ ਥੋੜ੍ਹੀ ਬਹੁਤ ਰੱਖਣੀ ਚਾਹੁੰਦੇ ਸੀਗੇ ਤਾਂ ਇਹ ਪੇ ਕਮਿਸ਼ਨ ਭਾਵੇਂ 4.5 ਸਾਲ ਬਾਅਦ ਦਿੱਤਾ ਸੀਗਾ, ਪਰ ਮੁਲਾਜ਼ਮਾਂ ਦੇ ਜਿਹੜਾ ਆਸ ਸੀ ਉਹ ਤੇ ਖਰਾ ਉਤਰਦਾ ਤੇ ਮੁਲਾਜ਼ਮ ਥੋੜ੍ਹਾ ਬਹੁਤ ਤੁਹਾਨੂੰ ਹਮਦਰਦੀ ਦਿਖਾਉਂਦੇ। ਪਰ ਹੁਣ ਜਿਹੜਾ ਤੁਸੀਂ ਮੁਲਾਜ਼ਮਾਂ ਦੇ ਨਾਲ ਇਹ ਕੰਮ ਕੀਤਾ ਆ ਤੇ ਮੁਲਾਜ਼ਮ ਕਿਹਾ ਪਿੰਡ ਪਿੰਡ ਵਿੱਚ ਜਾ ਕੇ ਛੁੱਟੀਆਂ ਲੈ ਕੇ ਹੁੱਕਾ ਦੇਵਾਂਗੇ ਕਿ ਇਹੋ ਜਿਹੀ ਗੰਦੀ ਸਰਕਾਰ ਨੂੰ ਪੰਜਾਬ ਵਿੱਚ ਨਾ ਲਿਆਂਦਾ ਜਾਵੇ। ਜੇਕਰ ਇਹ ਸਰਕਾਰ ਦੁਬਾਰਾ ਆਉਂਦੀ ਆ ਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਜੀਣਾ ਮੁਹਾਰ ਕਰ ਦੇਗੀ। ਇਹਨਾਂ ਮੁਹਾਰ ਕਰ ਦੇਗੀ। ਤੁਸੀਂ ਮੁੱਖ ਤੌਰ ਤੇ ਦੱਸੋ ਕਿਹੜੀ ਮੰਗ ਹੈ ਜਿਹੜੀ ਲੱਗਦਾ ਵੀ ਤਨਖਾਹ ਕਮਿਸ਼ਨ ਦੀ ਰਿਪੋਰਟ 'ਚ ਖੋਲੀ ਤੁਹਾਡੇ? ਸਰ ਦੇਖੋ ਜੀ, ਹੁਣ ਜਿਹੜਾ ਸਾਨੂੰ ਸਰ ਪੇ ਕਮਿਸ਼ਨ ਦੇ ਰਹੇ ਆ ਇਹ 'ਚ ਅਨੋਮਲੀਆਂ ਪੈਦਾ ਹੋਣਗੀਆਂ। ਜਿਵੇਂ ਹੁਣ ਕੋਈ ਜਗ੍ਹਾ ਦੇਖਦੇ ਆਪਾਂ ਕੋਈ ਕਹਿੰਦੇ 2.25 ਨਾਲ ਦੇਣਾ, ਕਿਸੇ ਨੇ ਕਹਿੰਦਾ 2.59 ਨਾਲ ਦੇਣਾ। ਜਿਹੜਾ ਵੀ ਇਹਨਾਂ ਨੇ ਕੁਝ ਵੀ ਸਾਨੂੰ ਡੀਏ ਵੀ ਦਿੱਤਾ ਉਹ ਵੀ ਤੁਸੀਂ ਦੇਖ ਲਓ, ਹਰ 6 ਮਹੀਨੇ ਬਾਅਦ ਸਾਡਾ ਡੀ ਹੋ ਜਾਂਦਾ ਹੈ। ਪਿਛਲੇ ਵੀ ਸਾਡੇ ਡੀਏ ਉਹ ਨਹੀਂ ਦਿੱਤੇ। ਜਿਹੜਾ ਕਹਿੰਦੇ ਸੀ ਏਰੀਅਰ ਦੇਵਾਂਗੇ ਉਹ ਤਾਂ ਭੁੱਲ ਹੀ ਜਾਣ ਮੁਲਾਜ਼ਮ ਜੀ। ਹੁਣ ਕਈ ਤਾਂ ਮੁਲਾਜ਼ਮ ਇਹੋ ਜਿਹੇ ਨੇ ਜੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡਾ ਕਿੰਨਾ ਡੀਏ ਦਾ ਏਰੀਅਰ ਹੈ, ਕਿੰਨਾ ਕਿਹੜਾ ਪੇ ਕਮਿਸ਼ਨ। ਇੰਨਾ ਡੀਏ ਦੱਬ ਲਿਆ ਵੀ ਡੀਏ ਦਾ ਪਤਾ ਹੀ ਨਹੀਂ, ਹਿਸਾਬ ਕਿਤਾਬ ਨਹੀਂ ਲੱਗ ਰਿਹਾ। ਇਹ ਹੜਤਾਲ ਵਿੱਚ ਅਧਿਕਾਰੀ ਵੀ ਸ਼ਾਮਲ ਨੇ, ਐਡਮਿਨ ਅਫਸਰ। ਦਵਿੰਦਰ ਸਿੰਘ ਜੀ, ਤੁਸੀਂ ਵੀ ਹੜਤਾਲ ਤੇ ਬੈਠੇ ਜੇ ਮੁਲਾਜ਼ਮਾਂ ਦੇ ਨਾਲ, ਇਹ ਤੁਹਾਡੇ ਤਜਰਬਾ ਬੜਾ ਪੁਰਾਣਾ, ਲੰਬੀ ਸਰਵਿਸ ਹੋ ਗਈ ਹੈ, ਇਦਾਂ ਦਾ ਤਨਖਾਹ ਕਮਿਸ਼ਨ ਪਹਿਲਾਂ ਦੇਖਿਆ ਨਹੀਂ ਜੀ? ਸਭ ਤੋਂ ਮਾੜਾ ਤਨਖਾਹ ਕਮਿਸ਼ਨ ਹੈ ਇਹ। ਚੌਥਾ ਤਨਖਾਹ ਕਮਿਸ਼ਨ ਹੈ ਮੇਰੀ ਲਾਈਫ ਦਾ। ਰਿਟਾਇਰਮੈਂਟ ਤੇ ਬੈਠੇ ਆ, ਇਸ ਤੋਂ ਬਾਅਦ ਤਾਂ ਸ਼ਾਇਦ ਭਾਰਤ ਸਰਕਾਰ ਵੀ ਬੰਦ ਕਰ ਦੇ ਅੱਗੇ ਨੂੰ ਪੇ ਕਮਿਸ਼ਨ। ਇੱਕ ਪੇ ਕਮਿਸ਼ਨ ਦੀ ਇਹ ਨਹੀਂ ਸਮਝ ਆਉਂਦੀ ਵੀ ਬੰਦੇ ਨੂੰ ਦੇਣਾ ਕੀ ਆ। ਐਡੇ ਟੇਢੇ ਢੰਗ ਨਾਲ ਬੰਦਿਆਂ ਤੋਂ ਖੋਇਆ ਮੁਲਾਜ਼ਮਾਂ ਤੋਂ ਕਿ ਬੰਦੇ ਨੂੰ ਸਮਝੇ ਨਹੀਂ ਆਉਣੀ। ਕੈਲਕੂਲੇਸ਼ਨ ਐਸੇ ਤਰੀਕੇ ਨਾਲ ਕੀਤੀ ਗਈ ਆ, ਕਿਸੇ ਪਾਸੇ ਜੂਨੀਅਰ ਉੱਪਰ ਜਾਊਗਾ, ਕਿਸੇ ਪਾਸੇ ਸੀਨੀਅਰ ਥੱਲੇ ਆ ਜਾਊਗਾ, ਉਹ ਨੋਮਲੀਆਂ ਖੜੀਆਂ ਹੋ ਜਾਣੀਆਂ। ਉਹਨਾਂ ਨੂੰ ਕਿਸੇ ਨੇ ਦੂਰ ਨਹੀਂ ਕਰਨਾ, ਕਿਉਂਕਿ ਹਲੇ ਤਾਂ 5ਵੇਂ ਪੇ ਕਮਿਸ਼ਨ ਦੀਆਂ ਅਨੋਮਲੀਆਂ ਹੀ ਨਾਲ ਤੁਰੀਆਂ ਫਿਰਦੀਆਂ ਨੇ, ਉਹਨਾਂ ਦਾ ਕੋਈ ਹੱਲ ਨਹੀਂ ਕੱਢਿਆ। ਇਹ ਜਿਹੜਾ ਪਿਛਲੇ ਪੇ ਕਮਿਸ਼ਨ ਸੀ, ਇੱਕ ਮਾਸਟਰ ਸਕੇਲ ਹੁੰਦਾ ਸੀ, ਉਹ ਤੋਂ ਬਾਅਦ ਕੈਟਾਗਰੀ ਵਾਈਜ਼ ਸਕੇਲ ਆਉਂਦੇ ਸੀ। ਮਲਟੀਪਲਾਈ ਸਾਫ਼ ਦਿਖਦਾ ਸੀ ਵੀ ਸਾਨੂੰ ਇਨਕਰੀਜ਼ ਮਿਲਿਆ, 30% ਮਿਲਿਆ, 40 ਮਿਲਿਆ, 20 ਮਿਲਿਆ। ਪਰ ਇਹਦੇ 'ਚ ਤੁਸੀਂ ਇਨਕਰੀਜ਼ ਐਡਾ ਸੌਖਾ ਨਹੀਂ ਲੱਭ ਸਕਦੇ, ਕਿਉਂਕਿ ਇਹਦੀ ਮਲਟੀਪਲੀਕੇਸ਼ਨ ਗਲਤ ਹੈ। ਉਹ ਮੰਨ ਲਓ ਵੀ ਮੈਂ ਪ੍ਰਮੋਟ ਹੋ ਗਿਆ, 16 ਨੂੰ ਮੈਂ ਅਸਿਸਟੈਂਟ ਸੀ, ਅੱਗੇ ਮੈਂ ਸੁਪਰਡੈਂਟ ਪ੍ਰਮੋਟ ਹੋਇਆ। ਉਹ ਮੈਨੂੰ ਸੋਚਣਾ ਪੈਣਾ, ਫੰਡਾ ਤਾਂ ਇਹ ਸੀ ਵੀ ਅਗਲਾ ਮੈਂ ਸੁਪਰਡੈਂਟ ਦਾ ਸਕੇਲ ਦੇਖਾਂ, ਉਹਦੇ 'ਚ ਇੰਕਰੀਮੈਂਟ ਲਾਵਾਂ, ਆਪਣੀ ਪੇ ਫਿਕਸ ਕਰਾਂ। ਉਹ ਕਹਿੰਦੀ ਨਹੀਂ, ਤੁਹਾਨੂੰ ਬੈਕ ਅਸਿਸਟੈਂਟ ਵਾਲੇ ਸਕੇਲ 'ਚ ਲੱਭਣਾ ਪੈਣਾ ਵੀ ਮੇਰੀ ਪੇ ਕਿੱਥੇ ਆਊਗੀ ਐਜ ਸੁਪਰਡੈਂਟ। ਕਿਉਂ? ਕਿਉਂਕਿ ਜਿਹੜੇ ਗ੍ਰੇਡ ਪੇ ਸੀ, ਵੈਸੇ ਤਾਂ ਉਹ ਪਿਛਲੇ ਪੇ ਕਮਿਸ਼ਨ ਦੀਆਂ ਅਨੋਮਲੀਆਂ ਨੇ, ਉਹ ਕਿਸੇ ਨੇ ਦੂਰ ਹੀ ਨਹੀਂ ਕੀਤੀਆਂ। ਬਥੇਰਾ ਜਥੇਬੰਦੀਆਂ ਨੇ ਰੌਲਾ ਪਾਇਆ। ਜਿਹੜੀ ਇਹ ਅੱਜ ਨੋਸ਼ਨਲ ਪੇ ਫਿਕਸੇਸ਼ਨ ਦੀਆਂ ਗੱਲਾਂ ਕਰਦੇ ਨੇ, ਉਹ 1/12/11 ਨੂੰ ਵੀ ਜਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਸਾਨੂੰ ਇਹ ਗ੍ਰੇਡ ਪੇਆਂ ਵਧਾ ਕੇ ਨਾ ਦਿਓ, ਸਾਨੂੰ ਤਾਂ 1/6 ਤੋਂ ਨੋਸ਼ਨਲ ਫਿਕਸੇਸ਼ਨ ਦੇ ਦਿਓ ਆਲ ਕੈਟਾਗਰੀ ਨੂੰ। ਕਾਣੀ ਵੰਡ ਨਾ ਕਰੋ। ਜਿੰਨੇ ਟੇਬਲ ਨੇ ਉਹਦੇ 31 ਟੇਬਲ ਸੀ, 31ਵਾਂ ਆਫੀਸਰ ਦਾ ਸੀ, 30 ਟੇਬਲਾਂ ਨੂੰ ਅਪਗ੍ਰੇਡ ਕਰਨਾ ਬਣਦਾ ਸੀ, ਤਾਂ ਸਾਰੀਆਂ ਅਨੋਮਲੀਆਂ ਦੂਰ ਹੋ ਜਾਂਦੀਆਂ। ਅਨੋਮਲੀਆਂ ਪਿੱਛੋਂ ਹੀ ਚਲੀਆਂ ਆ ਰਹੀਆਂ ਨੇ। ਹੁਣ ਕਹਿੰਦੇ ਜੀ ਉਹ ਸਬ ਕਮੇਟੀ ਦਾ ਫੈਸਲਾ। ਸਬ ਕਮੇਟੀ ਬਣਾਈ ਕਿਹਨੇ? ਸਰਕਾਰ ਨੇ ਬਣਾਈ, ਮੁਲਾਜ਼ਮਾਂ ਨੇ ਤਾਂ ਨਹੀਂ ਮੰਗੀ। ਤੁਸੀਂ ਸਬ ਕਮੇਟੀ ਬਣਾਈ, ਸਬ ਕਮੇਟੀ ਗ੍ਰੇਡ ਪਿਆਂ ਦੇਗੀ। ਅੱਜ ਤੁਹਾਨੂੰ ਪਸੰਦ ਨਹੀਂ ਆਉਂਦੀ ਆ, ਅੱਜ ਉਹ ਖੋਣ ਤੇ ਲੱਗੇ ਹੋਏ ਹੋ। 10 ਸਾਲ ਪਹਿਲਾਂ ਦਿੱਤੀ ਚੀਜ਼ ਤੁਸੀਂ ਵਾਪਸ ਲੈਣ ਲੱਗੇ ਹੋਏ ਹੋ। ਕਿੱਦਾਂ ਪੋਸੀਬਿਲਿਟੀ ਆ ਇਹ? ਬਾਕੀ ਗੱਲਾਂ ਤਾਂ ਸੀ ਸਾਰੀਆਂ, ਜਿਵੇਂ ਉਹ ਸਾਥੀ ਜੀ ਨੇ ਗੱਲ ਕਰੀ ਡੀਏ, ਵਾਕਿਆ ਮੈਨੂੰ ਆਪ ਨਹੀਂ ਯਾਦ ਹੋਣਾ ਵੀ ਕਿੰਨੇ ਡੀਏ ਪੈਂਡਿੰਗ ਆ, ਕਿਹੜਾ ਮਿਲ ਗਿਆ, ਕਿਹੜਾ ਰਹਿ ਗਿਆ, ਕਿਉਂਕਿ ਦੇਣਾ ਤਾਂ ਹੈ ਨਹੀਂ। ਉਹ ਕੈਲਕੂਲੇਸ਼ਨਾਂ ਕਰਨੀਆਂ ਹੀ ਛੱਡਤੀਆਂ ਵੀ ਛੱਡੋ ਯਾਰ। ਸੋ ਮੁਲਾਜ਼ਮ ਲੀਡਰਾਂ ਦਾ ਇਹ ਕਹਿਣਾ ਵੀ ਹੁਣ ਤੇ ਉਹ ਕੈਲਕੂਲੇਸ਼ਨਾਂ ਨਹੀਂ ਹੁੰਦੀਆਂ ਵੀ ਪੰਜਾਬ ਸਰਕਾਰ ਨੇ ਕਿਹੜੀ ਮੰਗ ਉਹਨਾਂ ਕੋਲੋਂ ਦੱਬ ਲਈ ਹੈ, ਕਿਹੜੀ ਦਿੱਤੀ, ਕਿਹੜੀ ਨਹੀਂ ਦਿੱਤੀ। ਔਰ ਸਾਰੇ ਪਾਸੋਂ ਇਹੀ ਆਵਾਜ਼ ਆ ਰਹੀ ਹੈ ਵੀ ਜਿੰਨਾ ਚਿਰ ਤਨਖਾਹ ਕਮਿਸ਼ਨ ਦੀ ਰਿਪੋਰਟ ਸੋਧੀ ਨਹੀਂ ਜਾਂਦੀ, ਮੁਲਾਜ਼ਮਾਂ ਦੀਆਂ ਮੰਗਾਂ ਮੁਤਾਬਕ ਉਹਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਇਹ ਹੜਤਾਲ ਚੱਲਦੀ ਰਹੂਗੀ। ਔਰ ਇਸ ਤੋਂ ਅੱਗੇ ਚੰਡੀਗੜ੍ਹ ਦੇ ਤਕਰੀਬਨ ਸਾਰੇ ਮੁੱਖ ਦਫ਼ਤਰ ਦੇ ਮੁਲਾਜ਼ਮ ਹੜਤਾਲ ਕਰਕੇ ਬੈਠੇ ਆ। ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਹੜਤਾਲ ਦਾ ਕਿਹੜਾ ਦੌਰ ਚੱਲ ਰਿਹਾ। ਹੁਣ ਤੁਹਾਨੂੰ ਚੰਡੀਗੜ੍ਹ ਦੇ ਸੈਕਟਰ 17 'ਚ ਹੜਤਾਲੀ ਮੁਲਾਜ਼ਮਾਂ ਦਾ ਰੌਂ ਦਿਖਾਉਂਦੇ ਆ। ਤੁਸੀਂ ਦੇਖ ਸਕਦੇ ਜੇ ਇਹ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਨੇ। ਉਦਯੋਗ ਵਿਭਾਗ, ਟਰਾਂਸਪੋਰਟ ਵਿਭਾਗ,
ਹੋਮਗਾਰਡ ਵਿਭਾਗ, ਸਹਿਕਾਰਤਾ ਵਿਭਾਗ ਤੇ ਹੋਰ ਕਈ ਵਿਭਾਗਾਂ ਦੇ ਜਿਹੜੇ ਮੁਲਾਜ਼ਮ ਨੇ ਇੱਥੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰ ਰਹੇ ਨੇ। ਔਰ ਇਸ ਪ੍ਰੋਟੈਸਟ ਵਿੱਚ ਤੁਸੀਂ ਦੇਖ ਸਕਦੇ ਨੇ ਵੱਡੀ ਗਿਣਤੀ ਵਿੱਚ ਮਹਿਲਾ ਮੁਲਾਜ਼ਮ ਵੀ ਸ਼ਾਮਲ ਨੇ। ਔਰ ਇੱਕੋ ਨਾਰਾ ਵਿੱਤ ਮੰਤਰੀ ਮੁਰਦਾਬਾਦ, ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਸੋਧ ਕੇ ਲਾਗੂ ਕਰੇ। ਸੋ ਇਹ ਤੁਸੀਂ ਨਜ਼ਾਰਾ ਦੇਖ ਰਹੇ ਜੇ। ਹੁਣ ਗੱਲ ਵੀ ਕਰ ਲੈਂਦੇ ਆ। ਇੱਥੇ ਹੜਤਾਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਨ ਲਈ ਜਿਹੜਾ ਸਾਂਝਾ ਫਰੰਟ ਆ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ, ਉਹਦੇ ਕਨਵੀਨਰ ਵੀ ਪੁੱਜੇ ਨੇ, ਸੁਖਚੈਨ ਖਹਿਰਾ। ਸੁਖਚੈਨ ਸਾਹਿਬ, ਪਹਿਲਾਂ ਤਾਂ ਇਹ ਦੱਸੋ, ਤੁਸੀਂ ਦਾਅਵਾ ਕਰਦੇ ਜੇ ਸਕੱਤਰੇਤ ਤੋਂ ਲੈ ਕੇ ਬਲਾਕ ਪੱਧਰ ਤੱਕ ਹੜਤਾਲ ਹੈ, ਕਿੰਨੇ % ਹੜਤਾਲ ਚੱਲ ਰਹੀ ਹੈ? ਦੇਖੋ ਜੀ, ਤਕਰੀਬਨ ਸਾਡੇ ਹਿਸਾਬ ਨਾਲ ਤੇ ਮੈਕਸਿਮਮ ਹੜਤਾਲ ਜੋ ਇਤਿਹਾਸ ਸਿਰਜਿਆ ਗਿਆ ਵੀ ਸਾਰੇ ਦਾ ਸਾਰਾ ਹੀ ਜਿਹੜਾ ਸਾਡੇ ਪੰਜਾਬ ਸਰਕਾਰ ਦਾ ਮੁਲਾਜ਼ਮ ਹੈ ਇਸ ਸਮੇਂ ਹੜਤਾਲ ਤੇ ਹੈ। ਲੱਗਦਾ ਵੀ ਬੜੇ ਚਿਰ ਤੋਂ ਟ੍ਰੇਡ ਯੂਨੀਅਨ ਖਿੰਡੀ ਪੁੰਡੀ ਸੀ, ਫੁੱਟ ਪਈ ਸੀ ਵੀ ਕਈ ਸਾਲਾਂ ਬਾਅਦ ਇਦਾਂ ਦੀ ਯੂਨਿਟੀ ਦੇਖੀ ਹੈ। ਬਿਲਕੁਲ ਜੀ, ਬਿਲਕੁਲ, ਕਿਉਂਕਿ ਇਹ ਇਸ ਯੂਨਿਟੀ ਦਾ ਜੇ ਸਿਹਰਾ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਕੈਪਟਨ ਸਰਕਾਰ ਨੂੰ ਹੀ ਦਿੱਤਾ ਜਾਏਗਾ। ਉਹਨਾਂ ਨੇ ਇੰਨਾ ਕਿ ਜ਼ਿਆਦਾ ਅਨਿਆਏ ਕਰਤਾ ਮੁਲਾਜ਼ਮਾਂ ਦੇ ਉੱਤੇ, ਤੇ ਇਹ ਜਿਹੜੀ ਯੂਨਿਟੀ ਜਿਹੜੀ ਉਹਨਾਂ ਨੂੰ ਕਦੀ ਲੋੜ ਹੀ ਨਹੀਂ ਸੀ ਪਈ ਵੀ ਇੰਨੀ ਯੂਨਿਟੀ ਦੀ ਲੋੜ ਆ, ਉਹ ਯੂਨਿਟੀ ਦੀ ਲੋੜ ਮਹਿਸੂਸ ਹੋ ਗਈ ਜਦੋਂ ਦੇਣ ਦੀ ਥਾਂ ਤੇ ਖੋਣਾ ਸ਼ੁਰੂ ਕਰਤਾ। ਅਸੀਂ ਸੋਚ ਰਹੇ ਸੀ ਪੇ ਕਮਿਸ਼ਨ ਆਊਗਾ, ਸਾਡਾ ਤਾਂ 2-2 ਲੱਖ 3-3 4-4 ਲੱਖ ਬਕਾਇਆ ਬਣੂਗਾ, ਪਰ ਬਕਾਇਆ ਸਰਕਾਰ ਨੇ ਸਾਡੇ ਵੱਲ ਕੱਢਤਾ, ਸਾਨੂੰ ਕਈ ਭਾਗਾਂ 'ਚ ਵੰਡਤਾ। ਸਾਨੂੰ ਮੁਲਾਜ਼ਮਾਂ ਨੂੰ ਸ਼ੁਰੂ ਤੋਂ ਜਦੋਂ ਤੋਂ ਆਈ ਹੈ, ਕਦੀ NPS ਮੁਲਾਜ਼ਮ, ਕਦੀ ਜਿਹੜੇ ਨਵੇਂ ਮੁਲਾਜ਼ਮ, ਕਦੀ 2000 ਤੋਂ ਬਾਅਦ ਦੇ ਭਰਤੀ ਮੁਲਾਜ਼ਮ, ਕਦੀ 2004 ਤੋਂ ਬਾਅਦ ਦੇ ਭਰਤੀ ਮੁਲਾਜ਼ਮ। ਹੁਣ ਇਹਨਾਂ ਨੇ ਕੀ ਕਰਤਾ, ਕਈ ਜਿਨ੍ਹਾਂ ਨੂੰ 2011 'ਚ ਫਾਇਦਾ ਮਿਲਿਆ ਉਹ ਅਲੱਗ, ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਅਲੱਗ। ਸੋ ਜਿਹੜੇ 2020 ਤੋਂ ਬਾਅਦ ਭਰਤੀ ਉਹਨਾਂ ਨੂੰ ਜਿਹੜੀ ਆ ਸੈਂਟਰ ਦਾ ਪੇ ਕਮਿਸ਼ਨ। ਸੋ ਇੰਨਾ ਕਿ ਜ਼ਿਆਦਾ ਸਾਡਾ ਜਿਹੜਾ ਇਹਨਾਂ ਨੇ ਸ਼ੋਸ਼ਣ ਕੀਤਾ, ਜਿਸ ਕਰਕੇ ਮੁਲਾਜ਼ਮਾਂ ਨੂੰ ਇਕੱਠੇ ਹੋਣਾ ਪਿਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਐਕਸ਼ਨ ਤੋਂ ਬਾਅਦ ਹਿਮਾਚਲ ਪ੍ਰਦੇਸ਼, ਜਿੰਨੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਜਾਂ ਜਿਹੜੇ ਰਹਿ ਗਏ ਮੁਲਾਜ਼ਮ, ਉਹ ਵੀ ਇੱਕ ਮੰਚ ਤੇ ਆ ਰਹੇ। ਬਹੁਤ ਵੱਡਾ ਐਕਸ਼ਨ ਜਿਹੜਾ ਆਉਣ ਵਾਲੇ ਸਮੇਂ 'ਚ ਦੇਵਾਂਗੇ ਔਰ ਸਰਕਾਰ ਨੂੰ ਦਿਖਾ ਦਾਂਗੇ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਸੱਤਾ ਬਖਸ਼ੀ ਉਹ ਤੁਹਾਨੂੰ ਅਕਲ ਸਿਖਾ ਦੇਣਗੇ, ਕਿਵੇਂ ਤੁਹਾਨੂੰ ਤੇ ਜਿਹੜੀ ਆ ਅਰਸ਼ਾਂ ਤੋਂ ਫਰਸ਼ ਤੇ ਲੈਣਾ ਉਹ ਦਿਖਾਵਾਂਗੇ ਇਹਨਾਂ ਨੂੰ। ਇਸ ਹੜਤਾਲੀ ਮੁਲਾਜ਼ਮਾਂ ਵਿੱਚ ਇੱਕ ਹੋਰ ਨਾਂ ਟ੍ਰੇਡ ਯੂਨੀਅਨ ਦਾ ਜਿਹੜਾ ਮੋਢੀ ਨਾਂ ਹੈ ਖੁਸ਼ਹਾਲ ਨਾਗਾ, ਜਿਹੜੇ ਮਿਸਟੀਰੀਅਸ ਸਰਵਿਸ ਯੂਨੀਅਨ ਦੇ ਬਾਨੀ ਕਹਿ ਸਕਦੇ ਆਪਾਂ, ਉਹ ਵੀ ਮੌਜੂਦ ਨੇ। ਪਹਿਲੀ ਗੱਲ ਤਾਂ ਨਾਗਾ ਜੀ ਇਹ ਦੱਸੋ, ਜਿਹੜਾ ਤੁਸੀਂ ਬੂਟਾ ਲਾਇਆ ਸੀ ਮਿਸਟੀਰੀਅਸ ਸਰਵਿਸ ਯੂਨੀਅਨ ਦਾ, ਉਹ ਬੂਟਾ ਕਿਵੇਂ ਲੱਗਦਾ ਵੀ ਸਟ੍ਰਾਈਕ ਕਿਵੇਂ ਚੱਲ ਰਹੀ ਹੈ? ਇਹ ਬੂਟਾ ਅੱਜ ਜਿਸ ਤਰ੍ਹਾਂ ਨਾਲ ਖਿੜਿਆ ਹੈ, ਜਿੱਦਾਂ ਨਾਲ ਫਲਾਂ ਨਾਲ ਭਰਿਆ ਹੈ, ਮੈਨੂੰ ਇਹ 'ਤੇ ਬਹੁਤ ਮਾਣ ਹੈ, ਬਹੁਤ ਮਾਣ ਹੈ। ਤੁਸੀਂ ਸਾਲ 1990 ਦੀ ਜਿਹੜੀ ਹੜਤਾਲ ਕੀਤੀ ਸੀ ਤੇ ਅੱਜ ਦੀ ਹੜਤਾਲ 'ਚ ਕੀ ਫਰਕ ਦੇਖਦੇ? ਮੈਂ ਕਹੂੰਗਾ ਵੀ ਉਹਦੀ ਨਕਲ ਹੈ, ਪੂਰੀ ਕਾਪੀ ਹੈ ਇਹ, ਪੂਰੀ ਕਾਪੀ। ਹਿਮਾਚਲ ਦੇ ਲੋਕ ਬੱਸਾਂ ਵਿੱਚ ਸਾਡੇ ਕੋਲ 34 ਬੱਸਾਂ ਹਿਮਾਚਲ 'ਚੋਂ ਆਏ ਅਸੀਂ 9 ਮਾਰਚ 1990 ਨੂੰ। ਔਰ ਸੈਕਟਰੀਏਟ ਭਾਵੇਂ ਉਸ ਵੇਲੇ ਨਹੀਂ ਸੀ ਚੱਲਿਆ, ਅੱਜ ਜਿਹੜਾ ਚੱਲਿਆ ਉਹ ਮੈਨੂੰ ਉਹਦੀ ਖੁਸ਼ੀ ਹੈ ਕਿ ਸੈਕਟਰੀਏਟ ਨੇ ਜਿੰਦਰੇ ਲਾਤੇ ਨੇ, ਜਿੰਦਰੇ। और मैं गल कहना चाहूँगा, अपील भी करना चाहूँगा कि जब तक सैकरीटेरिएट जिंदे नहीं लाउंदा उदों तक तुहाडियां मंगां नहीं मन्नियां जाणियां, नहीं मन्नियां जाणियां। पर इस दे बावजूद भी असी 90 विच ਉਹ ਲਾਮਿਸਾਲ 16 ਦਿਨ ਪੈਨ ਡਾਊਨ ਹੜਤਾਲ ਕਰਕੇ ਉਹ ਸਕੇਲ ਲਏ ਸੀ ਜਿਹੜੇ ਸੈਂਟਰ ਨਾਲ ਵੀ ਹੁਣ ਤੱਕ ਵਧੀਆ ਨੇ। ਹੁਣ ਤੱਕ ਪੈਨਸ਼ਨਾਂ ਵੀ ਅਸੀਂ ਦੂਜੇ ਮੁਲਾਜ਼ਮ। ਕਿਤੇ ਦੁੱਖ ਨਹੀਂ ਲੱਗਦਾ? ਮਨਪ੍ਰੀਤ ਬਾਦਲ ਵਿੱਤ ਮੰਤਰੀ ਨੇ ਇੱਕ ਫਰਮਾਨ ਜਾਰੀ ਕਰ ਦਿੱਤਾ ਹੈ ਵੀ ਜਿਹੜੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਹੈ ਉਹ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਉਹਨਾਂ ਤੇ ਲਾਗੂ ਨਹੀਂ ਹੋਊਗੀ, ਉਹਨਾਂ ਤੇ ਕੇਂਦਰੀ ਸਕੇਲ ਲਾਗੂ ਹੋਣਗੇ। ਦੇਖੋ ਗੱਲ ਇਹ ਹੈ, ਇਹ ਸਰਕਾਰਾਂ ਬੜੀਆਂ ਬੇਈਮਾਨ ਨੇ। ਇਹ ਨਿੰਬੂ ਨਿਚੋੜ ਕੇ ਮੁਲਾਜ਼ਮਾਂ ਨੂੰ ਖਾਲੀ ਆਪਣਾ ਖੋਖ ਪੇਸ਼ ਕਰਦੀਆਂ ਨੇ ਔਰ ਘੱਟ ਤੋਂ ਘੱਟ ਤਨਖਾਹਾਂ ਦੇਣਾ ਚਾਹੁੰਦੀਆਂ ਨੇ। ਸਰਕਾਰੀ ਖਜ਼ਾਨੇ ਤੇ ਤਨਖਾਹਾਂ ਦਾ ਬੋਝ ਖਤਮ ਕਰਨਾ ਚਾਹੁੰਦੀਆਂ ਨੇ, ਪੈਨਸ਼ਨਾਂ ਦਾ ਬੋਝ ਖਤਮ ਕਰਨਾ ਚਾਹੁੰਦੀਆਂ ਨੇ। ਇਹ ਮੁਲਾਜ਼ਮਾਂ ਦੇ ਸਿਰ ਤੇ ਹੀ ਸਾਰਾ ਘਾਟਾ, ਸਾਰਾ ਫੰਡ ਕ੍ਰੀਏਟ ਕਰਨਾ ਚਾਹੁੰਦੇ ਨੇ। ਇਹਨਾਂ ਦੀਆਂ ਤੁਸੀਂ ਨਟਸ਼ੈਲ ਦੱਸੋ, ਜਿਹੜੇ ਇਹ ਸਾਰੇ ਮੁਲਾਜ਼ਮ ਤੁਹਾਡੀ ਨਵੀਂ ਪੌਂਦ ਜਿਹੜੀ ਹੈ ਰੋ ਪਿੱਟ ਰਹੀ ਹੈ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਸਭ ਤੋਂ ਮਾੜੀ ਕਿਹੜੀ ਚੀਜ਼ ਤੁਹਾਨੂੰ ਚੁੱਭਦੀ, ਕਿਹੜੀ ਚੀਜ਼? ਉਹ ਸਭ ਤੋਂ ਗੱਲ ਚ ਕਿ ਹਰ ਅਲਾਊਂਸ ਨੂੰ ਕੱਟ ਲਾਈ ਹੈ ਔਰ ਸਕੇਲ ਜਿਹੜੇ ਨੇ ਇਹਨਾਂ ਨੇ ਬਿਲਕੁਲ ਘਟਾ ਕੇ ਦਿੱਤੇ ਨੇ। ਔਰ
ਸਾਨੂੰ ਜਦ ਤੱਕ ਅਸੀਂ ਲੜਾਂਗੇ ਨਹੀਂ, ਇਹ ਜਿਹੜੀ ਕੱਟ ਲੱਗੀ ਆ ਹਾਊਸ ਰੈਂਟ ਦੇ ਵਿੱਚ ਕੱਟ ਲੱਗੀ ਹੈ, ਔਰ ਸਾਡਾ ਜਿਹੜਾ ਮੈਨੂੰ ਪਤਾ ਲੱਗਿਆ ਸੱਚ ਹੈ ਕਿ ਸੀਸੀਏ ਵੀ ਇਹਨਾਂ ਨੇ ਰੋਕ ਲਿਆ ਹੈ, ਕੱਟ ਦਿੱਤਾ ਹੈ, ਔਰ ਜਿਹੜੇ ਦੂਸਰੇ ਅਲਾਉਂਸਸ ਨੇ ਡੈਪੂਟੇਸ਼ਨ ਅਲਾਉਂਸ ਉਹ ਵੀ ਇਹਨਾਂ ਨੇ ਖਤਮ ਕਰ ਦਿੱਤਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਕੱਟ ਲਾਈਆਂ ਨੇ। ਜਿਹੜੇ ਸੈਕਟਰੀਏਟ ਨੂੰ ਅਲਾਉਂਸ ਮਿਲਦਾ ਸੀ, ਸੈਕਟਰੀਏਟ ਅਲਾਉਂਸ, ਉਹ ਬੇਸਿਕ ਪੇ ਦਾ ਜਿਹੜਾ ਉਹ ਪਾਰਟ ਸੀ, ਉਹਦੇ ਤੇ ਪੈਨਸ਼ਨ ਵੀ ਮਿਲਦੀ ਸੀ, ਪਰ ਅੱਜ ਉਸ ਨੂੰ ਡੀਲਿੰਕ ਕਰ ਦਿੱਤਾ, ਉਹਨੂੰ ਘਟਾਤਾ। NPA ਜਿਹੜਾ ਡਾਕਟਰਾਂ ਦਾ ਉਹਨੂੰ ਵੀ ਘਟਾਤਾ, ਉਹਨੂੰ ਵੀ ਬੇਸਿਕ ਪੇ ਤੋਂ ਡੀਲਿੰਕ ਕਰ ਦਿੱਤਾ। ਇਹ ਨਾ ਹੁਣ ਦੇਖਦੇ ਆ ਨਵੀਂ ਪੌਂਦ ਨਾਲ ਗੱਲ ਕਰ ਲਈਏ ਜਿਹੜੀ ਤੁਹਾਡੀ ਹੈ। ਲਾਭ ਸਿੰਘ ਜੀ, ਕਿਵੇਂ ਚੱਲ ਰਹੀ ਹੜਤਾਲ? ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਇੱਕ ਕਿਸਮ ਦਾ ਜਿਹੜਾ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਨੇ, ਪਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕਰੀ। ਸਰਕਾਰ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਉਹਨਾਂ ਨੇ ਆਨੰਦ ਫੰਡ ਦੇ ਵਿੱਚ ਜਾਰੀ ਕੀਤੀ ਹੈ, ਉਸ ਦੇ ਨਾਲ ਕਿਸੇ ਨੂੰ ਫਾਇਦਾ ਹੀ ਨਹੀਂ ਹੋ ਰਿਹਾ। ਉਸ ਦੇ ਨਾਲੋਂ ਜਿਹੜੇ ਪੁਰਾਣੀ ਤਨਖਾਹ ਸਕੇਲ ਨੇ ਉਹ ਜ਼ਿਆਦਾ ਬੈਟਰ ਨੇ, ਔਰ ਡੀਏ ਦੀ ਕਿਸ਼ਤਾਂ ਜਿਹੜੀ ਦੱਬੀ ਬੈਠੀ ਸਰਕਾਰ, ਉਹ ਨਾ ਜਾਰੀ ਕਰਨ ਕਰਕੇ ਹੀ ਨਵੀਂ ਪੇ ਸਕੇਲ ਜਿਹੜੇ ਹੈ ਉਹਨਾਂ ਨੇ ਜਾਰੀ ਕੀਤੇ ਨੇ, ਜਿਨ੍ਹਾਂ ਦਾ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਹੋ ਰਿਹਾ। ਕੋਈ ਫਾਇਦਾ ਨਹੀਂਗਾ। ਗੁਰਪ੍ਰੀਤ ਜੀ, ਤੁਸੀਂ ਸੈਕਟਰੀਏਟ ਦੇ ਮੁਲਾਜ਼ਮ ਲੀਡਰ ਜੇ, ਜਿਵੇਂ ਨਾਗਾ ਜੀ ਨੇ ਕਿਹਾ ਵੀ ਤੁਸੀਂ ਸੈਕਟਰੀਏਟ ਨੂੰ ਤਕਰੀਬਨ ਤਾਲੇ ਲਾਏ ਨੇ, ਅੱਜ ਕੀ ਸਥਿਤੀ ਹੈ? ਅੱਜ ਵੀ ਸਰ ਉਹ ਸਥਿਤੀ ਹੈ। ਕੱਲ ਤੁਸੀਂ ਕੱਲ ਵੀ ਕਵਰੇਜ ਕੀਤੀ ਹੈ ਸਕੱਤਰੇਤ ਦੀ। ਸਕੱਤਰੇਤ ਪੂਰਾ 100% ਟੋਟਲੀ ਬੰਦ ਹੈ। ਮੇਨ ਸਕੱਤਰੇਤ ਤੇ ਮਿਨੀ ਸਕੱਤਰੇਤ, ਦੋਵੇਂ ਸਕੱਤਰੇਤ ਟੋਟਲ ਬੰਦ ਨੇ। ਸਾਰੇ ਮੁਲਾਜ਼ਮ ਥੱਲੇ ਦਰੀਆਂ ਵਿਛਾ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ। ਉਹਨਾਂ ਨੂੰ ਸਭ ਤੋਂ ਵੱਡਾ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਇਹ ਹੈ ਕਿ ਜਦੋਂ ਇੱਕ ਪਾਸੇ ਸਰਕਾਰ ਨੈਗੋਸ਼ੀਏਸ਼ਨਸ ਕਰ ਰਹੀ ਹੈ, ਆਫੀਸਰਸ ਕਮੇਟੀ ਨਾਲ ਮੀਟਿੰਗਾਂ ਕਰ ਰਹੀ ਹੈ, ਦੂਜੇ ਪਾਸੇ ਆਨੰਦ ਫਾਨਨ ਦੇ ਵਿੱਚ ਚੋਰ ਮੋਰੀ ਰਾਹੀਂ ਇਹ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਾਤੀ। ਹੋਰ ਤਾਂ ਹੋਰ ਜਿਹੜੇ ਆ ਪੱਤੇ ਸਾਡੇ ਰੋਕੇ ਆ, ਬੰਦ ਕੀਤੇ ਆ, ਇਹਨਾਂ ਸੰਬੰਧੀ ਵੀ ਜਿਹੜੀਆਂ ਲੈਟਰਸ ਨੇ ਉਹ ਪਾਈਪਲਾਈਨ 'ਚ ਨੇ, ਪਰ ਸਾਡੇ ਮੁਲਾਜ਼ਮ ਪੈਨ ਡਾਊਨ ਸਟ੍ਰਾਈਕ ਤੇ ਨੇ। ਇਸ ਕਰਕੇ ਅਜੇ ਤੱਕ ਇਹ ਵੀ ਲੈਟਰਸ ਇਸ਼ੂ ਨਹੀਂ ਹੋਈਆਂ। ਇਸ ਕਰਕੇ ਮੁਲਾਜ਼ਮਾਂ ਦੇ ਵਿੱਚ ਸਭ ਤੋਂ ਵੱਡਾ ਗੁੱਸਾ ਇਸੇ ਗੱਲ ਦਾ ਹੈ ਕਿ ਇੱਕ ਪਾਸੇ ਸਰਕਾਰ ਗੱਲਬਾਤ ਦੇ ਮੋੜ ਤੇ, ਦੂਜੇ ਪਾਸੇ ਸਰਕਾਰ ਦਰੋਹ ਮਾਰ ਰਹੀ ਹੈ, ਮੁਲਾਜ਼ਮ ਮਾਰ ਰਹੀ ਹੈ। ਰਣਜੀਤ ਜੀ, ਤੁਸੀਂ ਦੱਸੋ, ਸਾਰੇ ਮੁਲਾਜ਼ਮਾਂ ਨੂੰ ਦਫ਼ਤਰਾਂ 'ਚੋਂ ਬਾਹਰ ਕੱਢ ਕੇ ਲਿਆਏ ਜੇ, ਕਿੰਨਾ ਕੁ ਤੰਤ ਹੈ ਹੜਤਾਲ, ਕਿੰਨੀ ਲੰਬੀ ਚੱਲੂ? ਦੇਖੋ, ਸਾਡੀ ਤਾਂ ਸ਼ੁਰੂ ਤੇ ਸਰਕਾਰ ਨਾਲ ਹੀ ਬੇਨਤੀ ਚੱਲਦੀ ਰਹੀ ਹੈ। ਜਦੋਂ ਸਰਕਾਰ ਇਸ ਹੋਂਦ 'ਚ ਆਈ ਸੀ ਉਸ ਟਾਈਮ ਤੇ ਹੀ ਅਸੀਂ ਤਾਂ ਇਹਨਾਂ ਨੂੰ ਕਹਿ ਰਹੇ ਹਾਂ, ਕਿਉਂਕਿ ਇਹਨਾਂ ਨੇ ਸਾਤੋਂ ਵੋਟਾਂ ਲਈਆਂ ਤੀਆਂ ਵੀ ਤੁਹਾਡੀ ਜਿਹੜੀਆਂ ਮੰਗਾਂ ਏ ਅਸੀਂ ਪਹਿਲ ਦੇ ਆਧਾਰ ਤੇ ਆ ਕੇ ਸਾਡੀ ਸਰਕਾਰ ਬਣਨ ਤੇ ਹੱਲ ਕਰਾਂਗੇ। ਵੋਟਾਂ ਪਾਈਆਂ, ਮੁਲਾਜ਼ਮ ਹੀ ਸਰਕਾਰ ਬਣਾਉਣ 'ਚ ਅਹਿਮ ਰੋਲ ਅਦਾ ਕਰਦੇ ਆ। ਮੁਲਾਜ਼ਮ ਦਾ ਰੋਲ ਸਰਕਾਰ ਨੂੰ ਗੇਰਨ 'ਚ ਵੀ ਅਹਿਮ ਹੋਊਗਾ। ਆਉਣ ਵਾਲੀਆਂ ਚੋਣਾਂ 'ਚ ਤੁਸੀਂ ਦੇਖਿਓ, ਜੇ ਸਰਕਾਰ ਨੇ ਸਾਡੀ ਇਹ ਬੇਨਤੀ, ਤੁਹਾਨੂੰ ਵੀ ਬੇਨਤੀ ਕਰਦੇ ਆ, ਆਪਣੇ ਮੰਚ ਰਾਹੀਂ ਸਰਕਾਰ ਨੂੰ ਬੇਨਤੀ ਕਰੀ ਜਾਵੇ, ਚੇਤਾਵਨੀ ਦਿੱਤੀ ਜਾਵੇ ਵੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨ ਲਓ, ਹੱਥ ਜੋੜ ਕੇ ਬੇਨਤੀ ਕਰਦੇ ਆ। ਕੱਲ ਨੂੰ ਇਹ ਨਾ ਹੋਵੇ ਇਹ ਸਮਾਂ ਬੀਤ ਜਾਵੇ, ਬਾਅਦ 'ਚ ਪਛਤਾਵਾ ਤੇ ਜਾਵੇ। ਇਹੀ ਅਸੀਂ ਬੇਨਤੀ ਕਰਦੇ ਹਾਂ। ਕਿਵੇਂ ਲੱਗਦਾ ਮਿਲੇਗਾ? ਵੇਖੋ ਜੀ, ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਕਾਂਗਰਸ ਸਰਕਾਰ ਜਿਹੜੀ ਵਧਾਈ ਦੀ ਪਾਤਰ ਹੈ ਕਿ ਇਹਨੇ ਇੰਨੇ ਸਾਲਾਂ 'ਚ ਪਹਿਲੀ ਵਾਰੀ ਪੇ ਕਮਿਸ਼ਨ ਦਿੱਤਾ ਸਾਨੂੰ, ਔਰ ਪੇ ਕਮਿਸ਼ਨ ਜਿਹੜਾ ਦਿੱਤਾ ਉਹ ਸਾਰੀ ਦੁਨੀਆ ਨੂੰ ਪਤਾ। ਵੱਡੇ ਵੱਡੇ ਬੋਰਡ ਲਾਤੇ ਇਹਨਾਂ ਨੇ ਵੀ ਅਸੀਂ ਮੁਲਾਜ਼ਮਾਂ ਦੀ 3 ਗੁਣਾ ਤਨਖਾਹ ਵਧਾਤੀ, ਪਰ ਜਦੋਂ ਪੇ ਕਮਿਸ਼ਨ ਦੀ ਰਿਪੋਰਟ ਵਾਚੀ ਗਈ, ਜਿਹੜੀ ਇਹਨਾਂ ਨੇ ਚੋਰ ਮੋਰੀ ਰਾਹੀਂ ਭੇਜੀ, ਉਹ ਰਿਪੋਰਟ ਜਿਹੜੀ ਹੈ ਬਿਲਕੁਲ ਨਿਕੰਮੀ, ਉਹਦੇ ਵਿੱਚ ਕੁਝ ਨਹੀਂ ਮਿਲ ਰਿਹਾ ਮੁਲਾਜ਼ਮ ਨੂੰ। ਔਰ ਮੁਲਾਜ਼ਮ ਇੰਨਾ ਕੁ ਦੁਖੀ ਹੋ ਗਿਆ, ਇੰਨਾ ਕੁ ਰੋਹ 'ਚ ਆ ਗਿਆ ਕਿ ਹੁਣ ਇਹਨਾਂ ਨੂੰ ਦੱਸਾਂਗੇ 22 ਦੀਆਂ ਚੋਣਾਂ ਦੇ ਵਿੱਚ ਕਿ ਕਿਵੇਂ ਮੁਲਾਜ਼ਮ ਰੀੜ੍ਹ ਦੀ ਹੱਡੀ ਜਿਹੜੀ ਹੁਣ ਤੁਹਾਡੀ ਕਿਵੇਂ ਟੁੱਟਦੀ ਹੈ, ਕਿਉਂਕਿ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਾਡਾ ਧੋਖਾ ਕੀਤਾ। ਐਡਾ ਵੱਡਾ ਧੋਖਾ ਅੱਜ ਤੇ ਸਾਡਾ ਹੈ ਨਹੀਂ ਜਿਹੜਾ ਕਾਂਗਰਸ ਸਰਕਾਰ ਨੇ ਕੀਤਾ। ਕਾਂਗਰਸ ਨੇ ਕੀਤਾ। ਮੈਡਮ, ਮਹਿਲਾਵਾਂ ਵੀ ਵੱਡੀ ਗਿਣਤੀ 'ਚ ਆਈਆਂ ਹੜਤਾਲ 'ਚ, ਤੁਹਾਡਾ ਕਿੰਨਾ ਕੁ ਯੋਗਦਾਨ ਹੈ? ਸਾਡਾ 100% ਯੋਗਦਾਨ ਹੈ। ਮਹਿਲਾਵਾਂ ਕਦੀ ਵੀ ਕਿਸੇ ਤੋਂ ਪਿੱਛੇ ਨਹੀਂ ਰਹੀਆਂ। ਮਹਿਲਾਵਾਂ ਬਲਕਿ ਜੈਂਟਸ ਤੋਂ ਵੀ ਅੱਗੇ ਰਹੀਆਂ ਨੇ ਹਮੇਸ਼ਾ। ਉਹ ਪ੍ਰੇਰਨਾ ਦਾ ਸਰੋਤ ਹੁੰਦੀਆਂ ਨੇ। ਮਹਿਲਾਵਾਂ 'ਚ ਇੰਨੀ ਸ਼ਕਤੀ ਹੈ ਕਿ ਉਹ ਇੱਕ ਜੀਵ ਨੂੰ ਆਪਣੇ ਅੰਦਰੋਂ ਪੈਦਾ ਕਰਦੀਆਂ ਨੇ, ਜਾਨ ਬਖਸ਼ਦੀਆਂ ਨੇ। ਮਹਿਲਾਵਾਂ ਕਿਸੇ ਤੋਂ ਕਦੀ ਘੱਟ ਨਹੀਂ ਆਂਕੀਆਂ ਜਾਣੀਆਂ ਚਾਹੀਦੀਆਂ। ਅਸੀਂ ਇਹਨਾਂ ਦੇ ਨਾਲ, ਆਪਣੇ ਭਰਾਵਾਂ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ। ਸਹਿਕਾਰਤਾ ਵਿਭਾਗ ਦੇ ਲੀਡਰ ਵੀ ਖੜੇ ਨੇ। ਪੰਜਾਬ 'ਚ ਕੀ ਸਥਿਤੀ ਹੈ ਹੜਤਾਲ ਦੀ? ਸਰਕਾਰ ਦੀਆਂ ਬਦਨੀਤੀਆਂ ਜੋ ਹੈਗੀਆਂ ਉਹ ਤਾਂ ਜ਼ਾਹਰ ਹੋ ਹੀ ਰਹੀਆਂ ਵੀ ਇਹ ਕੋਝੀਆਂ ਚਾਲਾਂ ਚੱਲ ਕੇ ਸਾਡੇ ਹੱਕ ਮਾਰਨ ਦੀ ਕੋਸ਼ਿਸ਼ ਕਰ ਰਹੀਆਂ। ਬਾਣੀ 'ਚ ਵੀ ਲਿਖਿਆ ਹੈ, ਕੋਈ ਕਿਸੇ ਕੋ ਰਾਜ ਨਾ ਦੇਤ ਹੈ, ਜੋ ਲੇਤ ਹੈ ਨਿਜ ਬਲ ਲੇਤ ਹੈ। ਜੇ ਸਰਕਾਰਾਂ ਨੇ
ਪਿਆਰ ਨਾਲ ਦੇ ਤੇ ਸਾਡੇ ਹੱਕ ਤਾਂ ਠੀਕ ਹੈ, ਨਹੀਂ ਤਾਂ ਗੋਡਾ ਧਰ ਕੇ ਅਸੀਂ ਹੱਕ ਲੈਣਾ ਜਾਣਦੇ ਹਾਂ। ਅਸੀਂ ਪੰਜਾਬੀ ਸੂਬੇ ਦੇ ਉਹ ਯੋਧੇ ਹੈਗੇ ਆ ਜਿਹੜੇ ਕਿ ਪਿਛੋਕੜ ਤੇ ਫਰੋਲ ਕੇ ਦੇਖ ਲਓ, ਇਤਿਹਾਸ ਦੇਖ ਲਓ। ਅਸੀਂ ਸ਼ਹੀਦੀਆਂ ਦੇ ਕੇ ਇਹ ਚੀਜ਼ਾਂ ਲਈਆਂ, ਇਹਨੂੰ ਇਦਾਂ ਹੀ ਗਵਾ ਨਹੀਂ ਸਕਦੇ ਅਸੀਂ। ਗੁਰੇਰ ਕਿਵੇਂ ਮੋਹਾਲੀ ਦੀ ਕੀ ਸਥਿਤੀ ਹੈ? ਮੋਹਾਲੀ ਤੋਂ ਤੁਸੀਂ ਆਏ। ਮੋਹਾਲੀ ਦੇ ਵਿੱਚ ਵੀ ਸਾਰੇ ਦਫ਼ਤਰ ਬੰਦ ਨੇ ਜੀ। ਸਾਡਾ ਪੰਜਾਬ ਸਕੂਲ ਸਿੱਖਿਆ ਉਹ ਟੋਟਲੀ ਬੰਦ ਆ ਕੱਲ੍ਹ ਤੋਂ, ਬਾਕੀ ਵਿਭਾਗ ਵੀ ਸਾਰੇ ਬੰਦ ਕਰੇ ਹੋਏ ਨੇ। ਸੋ ਜਿਹੜੀ ਪੈਂਡਮ ਸਟ੍ਰਾਈਕ ਸਾਡੀ ਚੱਲ ਰਹੀ ਆ 101% ਕਾਮਯਾਬ ਆ। ਸਾਰਾ ਪੰਜਾਬ ਬੰਦ ਆ, ਟੋਟਲੀ ਕੰਮ ਸਾਰੇ ਵਿਭਾਗਾਂ ਨੇ ਬੰਦ ਕੀਤਾ ਹੋਇਆ। ਸੋ ਤੁਸੀਂ ਸਾਰੇ ਮੁਲਾਜ਼ਮ ਲੀਡਰਾਂ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਰੋਹ ਨੂੰ ਦੇਖਿਆ, ਔਰ ਉਹਨਾਂ ਦਾ ਇੱਕੋ ਕਹਿਣਾ ਇਹ ਆ ਵੀ ਪੰਜਾਬ ਸਰਕਾਰ ਨੇ ਜਿਹੜੀ ਧੱਕੇਸ਼ਾਹੀ ਕੀਤੀ ਹੈ ਉਹਦੇ ਵਿਰੁੱਧ ਸਾਰੇ ਮੁਲਾਜ਼ਮ ਯੂਨਾਈਟ ਹੋ ਗਏ ਨੇ, ਇੱਕ ਛਤਰੀ ਹੇਠ ਆ ਗਏ ਨੇ, ਔਰ ਉਦੋਂ ਤੱਕ ਉਹਨਾਂ ਦਾ ਸੰਘਰਸ਼ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੋਧ ਕੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕਰਦੀ। ਤਰਲੋਚਨ ਸਿੰਘ, PTC ਨਿਊਜ਼, ਚੰਡੀਗੜ੍ਹ।